सत श्री अकाल, स्वागत है जी पंजाब हरियाणा हिमाचल देख रहे हो तुसीं। मैं गुरप्रीत सिंह। 25 अगस्त ਨੂੰ ਜਦੋਂ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਹਿੰਸਾ ਦਾ ਤਾਂਡਵ ਜੋ ਤੁਸੀਂ ਦੇਖਿਆ ਉਹ ਆਧੁਨਿਕ ਭਾਰਤ ਦਾ ਇੱਕ ਕੌੜਾ ਸੱਚ, ਭੈੜਾ ਸੱਚ ਵੀ ਹੈ। ਸਾਡੀ ਰਾਜਨੀਤੀ, ਸਾਡਾ ਮੀਡੀਆ ਵੀ, ਸਮਾਜ ਵੀ ਅਜਿਹੇ ਡੇਰਿਆਂ ਦਾ ਮਦਦਗਾਰ ਰਹਿੰਦਾ ਹੈ ਕਦੀ ਕਦੀ, ਪਰ ਇਹ ਸਭ ਕੁਝ ਜਨਤਾ ਦੇ ਖਿਲਾਫ ਹੀ ਹੈ। ਹਿੰਸਾ 'ਚ ਕੋਈ ਸਿਆਸਤਦਾਨ ਜਾਂ ਕਿਸੇ ਸਿਆਸਤਦਾਨ ਦਾ ਨੁਕਸਾਨ ਨਹੀਂ ਹੋਇਆ, ਕਿਸੇ ਧੱਕੇ ਨਾਲ ਦੇਵਤਾ ਬਣੇ ਹੋਏ ਬਾਬੇ ਦਾ ਵੀ ਨੁਕਸਾਨ ਨਹੀਂ ਹੋਇਆ। ਜੋ 38 ਲੋਕ ਮਾਰੇ ਗਏ ਉਹ ਤੁਹਾਡੇ ਵਿੱਚੋਂ ਹੀ ਸੀ, ਉਹ ਜਨਤਾ ਦੇ ਵਿੱਚੋਂ ਹੀ ਸੀ। ਭਲਾ ਹੋਵੇ ਦੇਸ਼ ਦੀ ਨਿਆਂਪਾਲਿਕਾ ਦਾ ਜੋ ਸਮੇਂ-ਸਮੇਂ ਇਸ ਦੇਸ਼ ਨੂੰ, ਸਿਸਟਮ ਨੂੰ, ਸਮਾਜ ਨੂੰ ਬਚਾਉਂਦੀ ਆਈ ਹੈ, ਪਰ ਫਿਰ ਵੀ ਡੇਰੇ ਦੇ ਸਿਆਸੀ ਸ਼ੁਭ ਚਿੰਤਕਾਂ ਨੇ ਉਸ ਦੀ ਪੂਰੀ ਮਦਦ ਕੀਤੀ। ਅਦਾਲਤ ਦੇ ਵਿੱਚ ਅੱਜ ਫਿਰ ਸੁਣਵਾਈ ਹੋਈ ਡੇਰੇ ਦੀ ਤਲਾਸ਼ੀ ਮੁਹਿੰਮ ਨੂੰ ਲੈ ਕੇ ਤੇ ਮੁਆਵਜ਼ਿਆਂ ਨੂੰ ਲੈ ਕੇ। ਰਿਪੋਰਟ ਤਿਆਰ ਹੈ, ਕੁਝ ਹੀ ਦਿਨ 'ਚ ਸਾਹਮਣੇ ਆ ਜਾਏਗੀ। ਹਾਲਾਂਕਿ ਕਿਹਾ ਗਿਆ ਹੈ ਕਿ ਤਲਾਸ਼ੀ ਦੌਰਾਨ ਡੇਰੇ 'ਚੋਂ ਕੁਝ ਇਤਰਾਜ਼ਯੋਗ ਨਹੀਂ ਮਿਲਿਆ। ਜੋ ਪੁਲਿਸ ਡੇਰੇ ਦੀਆਂ ਵੈਨਾਂ 'ਚੋਂ ਡਾਂਗਾਂ, ਹਥਿਆਰ, ਕੈਮੀਕਲ ਤੇ ਹੋਰ ਕਈ ਕੁਝ ਇਤਰਾਜ਼ਯੋਗ ਸਮਾਨ ਬਰਾਮਦ ਕਰਨ ਦੇ ਦਾਅਵੇ ਕਰਦੀ ਰਹੀ, ਉਸ ਨੂੰ ਹੁਣ ਤਲਾਸ਼ੀ ਦੌਰਾਨ ਕੁਝ ਨਹੀਂ ਮਿਲਦਾ। ਸਵਾਲ ਉੱਠਦੇ ਨੇ। ਖੈਰ, ਅਦਾਲਤ ਸਖਤ ਹੈ, ਹੁਣ ਡੇਰੇ ਦੀ ਜਾਂਚ ਆਮਦਨ ਕਰ ਵਿਭਾਗ ਤੇ ਈਡੀ ਕਰੇਗਾ। ਇਹਨਾਂ ਹੀ ਸਵਾਲਾਂ ਤੇ ਅੱਜ ਮੁੱਦੇ ਕੀ ਬਾਤ। पंजाब हरियाणा हाईकोर्ट वालों नियुक्त किए गए पवार कमिशन दे वालों डेरा सिरसा दे विच होए ऑपरेशन की तलाशी मुहिम की सर्च रिपोर्ट है, जिहड़ी फाइनल रिपोर्ट है, कुछ दिनों अगले 2 दिनों के अंदर करीब हाईकोर्ट नूं सौंप दी जाएगी। उधर पंजाब हरियाणा हाईकोर्ट ने केंद्र सरकार नूं हुक्म जारी करते हुए कहा है कि डेरे की जायदाद की जांच इनकम टैक्स विभाग ते एनफोर्समेंट डायरैक्टोरेट तो करवाई जाए। ਸਾਧਵੀਆਂ ਦੇ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਰਾਮ ਰਹੀਮ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਡੇਰੇ ਨੂੰ ਲੈ ਕੇ ਲੱਗ ਰਹੇ ਇਲਜ਼ਾਮਾਂ ਦੇ ਵਿਚਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਡੇਰੇ ਦੀ ਹੁਣ ਤੱਕ ਜਾਇਦਾਦ ਅਤੇ ਡੇਰੇ ਨਾਲ ਜੁੜੇ ਅਦਾਰਿਆਂ ਦੀ ਜਾਂਚ ਇਨਕਮ ਟੈਕਸ ਵਿਭਾਗ ਅਤੇ ਈਡੀ ਤੋਂ ਕਰਵਾਵੇ। ਉਧਰ ਡੇਰੇ ਦੀ ਜਾਂਚ ਲਈ ਬਣਾਏ ਗਏ ਰਿਟਾਇਰਡ ਜਸਟਿਸ ਪਵਾਰ ਨੇ ਅਦਾਲਤ ਨੂੰ ਕਿਹਾ ਹੈ ਕਿ ਉਹ ਅਗਲੇ 2 ਦਿਨਾਂ ਦੇ ਅੰਦਰ ਡੇਰੇ ਵਿੱਚ ਹੋਏ ਸਰਚ ਆਪਰੇਸ਼ਨ ਦੀ ਰਿਪੋर्ट सौंप देंगे। सुनवाई के दौरान जो कोर्ट कमिश्नर अपॉइंट हुए थे, उन्होंने कोर्ट से कहा कि उनकी रिपोर्ट जो उन्होंने अंदर सर्च की थी उसके संबंध में लगभग तैयार है, वो 2-4 दिन में रिपोर्ट अपनी दाखिल कर देंगे। तो हाई कोर्ट ने उनसे निवेदन किया है कि वो अपनी रिपोर्ट की एक प्रति हरियाणा सरकार को दें, एक सीबीआई को दें और एक प्रति भारत सरकार को दें। और भारत सरकार को आदेश दिया है, हाई कोर्ट ने निर्देश दिया है कि 2 डिपार्टमेंट, इनकम टैक्स डिपार्टमेंट और एनफोर्समेंट डायरेक्टोरेट अंडर द प्रिवेंशन ऑफ मनी लॉन्ड्रिंग एक्ट, वो इस रिपोर्ट आने के बाद उनकी जितनी भी संपत्तियाँ हैं, कैश, मूवेबल, इनमूवेबल, उन सब की जांच करके ये देखें कि कहीं उनमें कोई इनकम टैक्स की वायलेशन तो नहीं है, उसके अंदर कोई प्रिवेंशन ऑफ मनी लॉन्ड्रिंग का केस तो नहीं बनता है। ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿੱਚ ਹੋਈ ਹਿੰਸਾ ਦੇ ਦੌਰਾਨ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਦੋਵਾਂ ਸੂਬਿਆਂ ਵਿੱਚ ਟ੍ਰਿਬਿਊਨਲ ਬਣੇਗਾ ਜੋ ਨੁਕਸਾਨ ਦਾ ਜਾਇਜ਼ਾ ਲਵੇਗਾ। ਉਧਰ ਇਸ ਦੌਰਾਨ ਦੋਵਾਂ ਸੂਬਿਆਂ ਨੂੰ ਕੇਂਦਰ ਵੱਲੋਂ ਭੇਜੇ ਗਏ ਸੁਰੱਖਿਆ ਮੁਲਾਜ਼ਮਾਂ ਦੇ ਖਰਚਾ ਕੌਣ ਚੁੱਕੇਗਾ, ਇਸ ਤੇ ਵੀ ਅਗਲੀ ਸੁਣਵਾਈ ਦੌਰਾਨ पंजाब ਅਤੇ हरियाणा हाई कोर्ट फैसला करेगा। हरियाणा सरकारों की तरफ केंद्र सरकार की काफी अमाउंट रकम बकाया है जो उनको देनी है, तो वो सरकारों को देनी होगी। अब जो प्रश्न हमारे सामने इस समय हाई कोर्ट के सामने है, जिस पर आज बहस नहीं हुई है, जिसका निर्णय बहस बाद में होगी, वो ये है कि इसका मुआवजे की भरपाई क्या राज्य सरकार करेगी या डेरा के लोग करेंगे या कोई और संस्था करेगी। ये मुख्य प्रश्न है जिस पर अभी हाई कोर्ट को निर्णय करना है। ये कहा है कि जिन लोगों ने अपने मुआवजे की क्लेम पटिशन दी है, वो सारी क्लेम पटिशन 2 राज्यों के लिए, पंजाब के लिए और हरियाणा के लिए अलग अलग ट्रिब्यूनल बनेगा। वो ट्रिब्यूनल जुडिशियल ट्रिब्यूनल होगा, वो जाकर सब जगह ये देखेगा कि जो क्लेम पटिशन है वो जेन्युइन है या नहीं है, और अगर जेन्युइन है तो उनको कितना मुआवजा मिलना चाहिए। ਡੇਰੇ ਦੇ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਹਾਈ ਕੋਰਟ ਨੇ ਸਖਤ ਰੁਖ ਅਖਤਿਆਰ ਕੀਤਾ ਹੋਇਆ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਸ ਮਾਮਲੇ ਵਿੱਚ ਪੂਰੀ ਤਹਿ ਤੱਕ ਜਾਣਾ ਚਾਹੁੰਦਾ ਹੈ। ਡੇਰੇ ਦੀ ਜਾਇਦਾਦ ਦੀ ਜਾਂਚ ਇਨਕਮ ਟੈਕਸ ਅਤੇ ਈਡੀ ਤੋਂ ਕਰਵਾਉਣ ਦੇ ਹੁਕਮ ਇਸ ਵੱਲ ਹੀ ਇਸ਼ਾਰਾ ਕਰਦੇ ਨੇ। ਨਿਤਿਕਾ ਮਹੇਸ਼ਵਰੀ, ਜ਼ੀ ਮੀਡੀਆ, ਚੰਡੀਗੜ੍ਹ। ਤੇ ਇਸੇ ਮੁੱਦੇ ਨੂੰ ਲੈ ਕੇ ਕੁਝ ਸਵਾਲ ਅੱਜ ਜੋ ਅਹਿਮ ਸਵਾਲ ਨੇ ਉਹਨਾਂ ਤੇ ਇੱਕ ਵਾਰ ਨਜ਼ਰ ਮਾਰ ਲਈਏ। ਹਾਈ ਕੋਰਟ ਦੇ ਵੱਲੋਂ ਡੇਰੇ ਦੀ ਆਮਦਨੀ ਤੇ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਦੀ ਜਾਂਚ ਆਮਦਨ ਕਰ ਵਿਭਾਗ ਤੇ ਈਡੀ ਤੋਂ ਕਰਾਉਣ ਦੇ ਕੀ ਮਾਇਨੇ ਨੇ। ਡੇਰਾ ਸੱਚਾ ਸੌਦਾ ਦੀ ਤਲਾਸ਼ੀ ਦੌਰਾਨ ਇਲਜ਼ਾਮਾਂ ਤੇ ਸਵਾਲਾਂ ਮੁਤਾਬਕ
ਜਿਹੜੇ ਸਬੂਤ ਸੀ, ਗੈਰ ਕਾਨੂੰਨੀ ਦਸਤਾਵੇਜ਼ ਜਾਂ ਫਿਰ ਇਤਰਾਜ਼ਯੋਗ ਸਮੱਗਰੀ ਸਮਾਨ ਕਿਉਂ ਨਹੀਂ ਮਿਲਿਆ। ਕੀ ਪੰਜਾਬ ਹਰਿਆਣਾ ਦੇ ਬਾਕੀ ਡੇਰਿਆਂ ਦੀ ਆਮਦਨੀ ਤੇ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਹੈ। ਪਖੰਡ ਤੇ ਬੇਨਾਮੀ ਜਾਇਦਾਦ ਦੇ ਅੱਡੇ ਬਣ ਚੁੱਕੇ ਕੁਝ ਡੇਰਿਆਂ ਤੇ ਕਾਰਵਾਈ ਕਦੋਂ ਹੋਏਗੀ। ਕਿ ਸਾਰੇ ਡੇਰਿਆਂ ਦੀ ਨਿਗਰਾਨੀ ਦਾ ਰੋਡ ਮੈਪ ਤਿਆਰ ਹੋਣਾ ਚਾਹੀਦਾ। ਤੇ ਅਗਲਾ ਸਵਾਲ ਕਿ ਪਖੰਡ ਤੇ ਬੇਨਾਮੀ ਜਾਇਦਾਦ ਦੇ ਡੇਰੇ ਸਮਾਜ ਦੇ ਲਈ ਵੱਡਾ ਖਤਰਾ ਨੇ। ਦਰਸ਼ਕਾਂ ਤੋਂ ਸਵਾਲ ਜੋ ਅਸੀਂ ਅੱਜ ਪੁੱਛ ਰਹੇ ਹਾਂ ਕਿ ਬਾਕੀ ਡੇਰਿਆਂ ਦੀ ਆਮਦਨੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਹਾਂ ਜਾਂ ਨਾ ਦੇ ਵਿੱਚ ਤੁਸੀਂ ਆਪਣੇ ਜਵਾਬ 57575 ਤੇ SMS ਕਰ ਸਕਦੇ ਹੋ। ਹਾਂ ਦੇ ਲਈ ZPHS ਸਪੇਸ Y, ਨਾ ਦੇ ਲਈ ZPHS ਸਪੇਸ N। ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਤੁਸੀਂ ਆਪਣੀ ਰਾਏ ਰੱਖ ਸਕੋਗੇ। ਨੰਬਰ ਰਹੇਗਾ 1800 180 3535। तो कई खास मेहमान डेरा जायदाद ते जांच, कई खास मेहमान साडे नाल बने रहणगे। कांग्रेस दे वल्लों अमित सिंह मंटू बने रहणगे, आम आदमी पार्टी तो जगतार सिंह संघेड़ा, अपना पंजाब पार्टी तो त्रिलोचन सिंह लाली, भारतीय जनता पार्टी तो हरजीत सिंह भुल्लर ने, खट्टा सिंह डेरे दे साबका समर्थक ने, साबका सेवादार रह चुके ने, ते जंगवीर सिंह अकाली दल तो। तुहाडा सब दा बहुत बहुत स्वागत है जी। खट्टा सिंह जी, तुहाडे तो प्रोग्राम की शुरुआत की जाए। डेरे दे विच तुहाडा लंबा समा तुसी गुजारिया डेरे दे विच, और खास करके गुरमीत राम रहीम दे नेड़े होके गुजारिया। डेरे दे विच की कुछ गैर कानूनी हुंदा रहा, की कुछ चलदा रहा है, वो संखेप दे विच पहला जानना चाहांगे। डेरे गैर कानूनी सारा गैर कानूनी चलता रहा, वो कानून के मुताबिक तक कोई नहीं चलिया। जिन्ना जी जी जिन्नियां बिल्डिंगां सारियां किसी च कोई थल्ले नीवां नहीं पट्टियां, किसी च कोई मतलब उन्हां दी मंजूरी नहीं ली गई, सारियां वो गैर कानूनी है सारियां। जिन्ना इस 5 किले सचखंड हॉल बनया इन्हां दा, ओहदी बिल्कुल नींव देखी जाए तो 2 फुट तो घट होगी, वध नहीं है। ते इस तरह जिन्नियां जायदादां है सारियां धक्के नाल लोकां तो हड़पियां गईयां। किसी दा जे 10 लाख का रेट सी तो किसी नूं 2 लाख, किसी नूं 2.5 लाख दे के रजिस्ट्रियां कराइयां गईयां। जे कोई नहीं बेचदा सी तो उन्हां दे रात नूं बकायदा संगत नूं इशारा कर दिता जांदा रफा हाज ते इधर जाना है। वो सारी दी सारी कणक जां नरमा कपाह हुंदा सी, उस सुबह नूं सारा बिल्कुल गंदगी नाल भर दिता जांदा सी। वो इस करके उन्होंने बेचनी पैंदी मल्लो योरी भी, जे ना बेचांगे तो इत्थे सानूं आमदन नहीं होनी। इस तरह सारा धक्के नाल ही होया, गैर कानूनी होया। कानून दे अंदर तो डेरे का कुछ होया ही नहीं, खास करके 1990 तो बाद। अच्छा, ये जिन्ना लोकां दी तुसीं खट्टा सिंह गल कर रहे हो, सारा गैर कानूनी है। कोई कानून जिन्ना लोकां दी तुसीं गल कर रहे हो, जिन्हां दीयां ज़मीनां धक्के दे नाल हड़पियां गईयां, वो लोग सामने क्यों नहीं आए? जां हुण जे गुरमीत राम रहीम जेल दे अंदर है, हुण भी वो लोग क्यों नहीं सामने आ रहे जिन्हां दीयां ज़मीनां खोलियां गईयां, जां जिस तरीके दे इल्जाम तुसीं लगा रहे हो? ਉਹ ਪਹਿਲਾਂ ਤਾਂ ਇਹਦਾ ਡਰ ਤੋਂ ਮਾਰੇ ਨਹੀਂ ਆਉਂਦੇ ਸੀ ਵੀ ਇਹਦਾ ਡਰ ਹੀ ਇੰਨਾ ਸੀ ਵੀ ਜਿਹੜਾ ਕੋਈ ਪਹਿਲਾਂ ਜਦੋਂ ਜੇ ਡਰਨਾ ਹੁੰਦਾ ਤਾਂ ਉਹ ਵੇਚਦੇ ਕਿਉਂ ਵਿਚਾਰੇ ਧੱਕੇ ਨਾਲ। ਤੇ ਜੇ ਹੁਣ ਕੁਛ ਸ਼ਾਇਦ ਮੈਨੂੰ ਲੱਗਦਾ ਵੀ ਬਹੁਤ ਲੋਕ ਹੁਣ ਉੱਠਣਗੇ, ਪਰ ਉਹਨਾਂ ਦੀ ਸੁਣਾਈ ਗਾਂ ਕੋਰਟਾਂ 'ਚ ਹੋਊਗੀ। ਮਾਨਨੀय ਕੋਰਟਾਂ 'ਚ ਉਹਨਾਂ ਕੀ ਫੈਸਲਾ ਹੁੰਦਾ ਹੈ, ਤੇ ਇਸ ਕਰਕੇ ਹੁਣ ਲੋਕ ਸੋਚ ਰਹੇ ਆ ਵੀ ਅਸੀਂ ਅੱਡੇ ਵੀ ਅਸੀਂ ਇਹਨਾਂ ਬਾਰੇ ਕੇਸ ਪਾਈਏ। ਉਹਨਾਂ ਪ੍ਰੂਫ ਇਕੱਠੇ ਕਰ ਰਹੇ ਆ, ਕਾਨੂੰਨ ਦੇ ਮੁਤਾਬਕ ਸਹਾਰਾ ਲੈ ਰਹੇ ਆ ਲੋਕ। ਆਉਣਗੇ ਅੱਗੇ ਆਉਣਗੇ, ਬਿਲਕੁਲ ਆਉਣਗੇ। ਤੁਹਾਨੂੰ ਲੱਗਦਾ ਖੱਟਾ ਸਿੰਘ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ, ਸਰਕਾਰਾਂ ਦੇ ਵੱਲੋਂ ਇਮਾਨਦਾਰੀ ਦੇ ਨਾਲ ਕੰਮ ਹੋਇਆ ਡੇਰੇ ਦੇ ਮਾਮਲੇ ਦੇ ਵਿੱਚ, ਜੇ ਪੁਰਾਣੇ ਇਤਿਹਾਸ ਤੋਂ ਹੀ ਗੱਲ ਚੱਕੀ ਜਾਵੇ? ਨਹੀਂ ਮੈਨੂੰ ਨਹੀਂ ਲੱਗਦਾ ਕੋਈ ਹੋਇਆ ਅੱਜ ਤੱਕ, ਮੈਨੂੰ ਨਹੀਂ ਲੱਗਦਾ। ਹਾਂਜੀ ਹਾਂਜੀ। ਅੱਛਾ, ਅਮਿਤ ਸਿੰਘ ਮੰਟੂ ਕਾਂਗਰਸ ਤੋਂ ਬਣੇ ਹੋਏ। ਅਮਿਤ ਸਿੰਘ ਜੀ, ਹਾਈ ਕੋਰਟ ਅਗਰ ਵਿੱਚ ਨਾ ਆਉਂਦੀ ਜਾਂ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸੰਗਿਆਨ ਨਾ ਲਿਆ ਜਾਂਦਾ ਜਾਂ PIL ਇੱਕ ਨਾ ਪਾਈ ਜਾਂਦੀ ਤਾਂ ਸ਼ਾਇਦ ਹਾਲਾਤ ਹੋਰ ਖਰਾਬ ਹੁੰਦੇ। ਹੁਣ ਖੈਰ ਟ੍ਰਿਬਿਊਨਲ ਬਣਾਉਣ ਦਾ ਆਖਿਆ ਸਭ ਨੂੰ ਮੁਆਵਜ਼ੇ ਦੇਣ ਦੇ ਲਈ, ਅਲੱਗ-ਅਲੱਗ ਟ੍ਰਿਬਿਊਨਲ ਬਣਨਗੇ। ਪਰ
ਕੀ ਪੰਜਾਬ ਸਰਕਾਰ ਦੇ ਵੱਲੋਂ ਵੀ, ਪੰਜਾਬ ਸਰਕਾਰ ਤੇ ਵੀ ਸਵਾਲ ਅੱਜ ਬੇਸ਼ੱਕ ਉਹ ਹਾਸੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਸਟਿਸ ਨੇ ਚੁੱਕੇ, ਪਰ ਚੁੱਕੇ ਗਏ। ਬੱਸਾਂ ਤੁਸੀਂ ਡੇਰਾ ਪ੍ਰੇਮੀਆਂ ਨੂੰ ਪੰਚਕੂਲਾ ਦੇ ਵਿੱਚੋਂ ਕੱਢਣ ਦੇ ਲਈ ਮੁਹੱਈਆ ਕਰਵਾਉਂਦੇ ਹੋ, ਪਰ ਤੁਸੀਂ ਉਹਨਾਂ ਨੂੰ ਰੋਕਣ ਦੇ ਲਈ ਕੋਈ ਇੰਤਜ਼ਾਮ ਨਹੀਂ ਕਰਦੇ। ਜਦੋਂ ਉਹ ਪੰਚਕੂਲਾ ਦੇ ਵਿੱਚ ਇਕੱਠੇ ਹੋ ਰਹੇ ਸੀ ਉਦੋਂ ਹੀ ਕਿਉਂ ਇਕੱਠੇ ਹੋਣ ਦਿੱਤੇ ਗਏ? ਪੰਜਾਬ ਦੇ ਪਿੰਡਾਂ 'ਚੋਂ ਜਦੋਂ ਲੋਕ ਉੱਠ ਕੇ ਜਾ ਰਹੇ ਸੀ ਪੰਚਕੂਲੇ ਵੱਲ, ਉਦੋਂ ਕਿਉਂ ਜਾਣ ਦਿੱਤੇ ਗਏ? देखो जी, डेरा सिरसा सौदे ਦੇ ਵਿੱਚ ਜੋ ਇਹ ਪਿਛਲੇ ਦਿਨੇ ਘਟਨਾ ਵਾਪਰੀ ਹੈ, ਉਹ ਇੱਕ ਸਡਨਲੀ ਇਹ ਹਾਦਸਾ ਹੋਇਆ। ਉਹਦੇ ਵਿੱਚ ਜੋ ਪੰਜਾਬ ਦੀ ਗੱਲ ਆਂਦੀ ਹੈ, ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ। ਉੱਥੇ ਪੰਜਾਬ ਦਾ ਜੋ ਵੀ ਹੈ ਪ੍ਰਸ਼ਾਸਨ ਹੈ ਉਹ ਬਿਲਕੁਲ ਸਤਰਕ ਸੀ। ਔਰ ਮੈਂ ਇਹਦੀ ਗੱਲ ਦਾ ਇਹ ਜਵਾਬ ਦੇਣਾ ਚਾਹੁੰਦਾ ਵੀ ਜਿਸ ਤਰ੍ਹਾਂ ਵੀ ਇਹ ਡੇਰੇ ਆ, ਅਗਰ ਹਾਈ ਕੋਰਟ ਨੇ ਇਹਨਾਂ ਨੂੰ ਦੱਸਿਆ ਵੀ ਜੇ ਕੋਈ ਵੀ ਡੇਰੇ ਆ ਉਹਨਾਂ ਨੂੰ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਜਾਂਚ ਜ਼ਰੂਰੀ ਹੈ। ਇਹਦੇ 'ਚ ਇਹ ਵੀ ਗੱਲ ਹੈ ਜੋ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੇ ਡੇਰੇ ਆ ਉਹ ਡੇਰਿਆਂ ਦੇ ਹਰ ਇੱਕ ਜੋ ਉੱਥੇ ਉਹਨਾਂ ਦੇ ਮੁਖੀ ਆ ਉਹ ਗਲਤ ਨਹੀਂ ਹੋ ਸਕਦੇ। ਉਹਨਾਂ ਦੇ ਵਿੱਚ ਜਾਂਚ ਦੀ ਉਹ ਜ਼ਰੂਰੀ ਹੋਣੀ ਚਾਹੀਦੀ ਹੈ। ਉਹਨਾਂ ਦਾ ਜੋ ਜਿੰਨਾ ਵੀ ਹੈ ਉਹਨਾਂ ਦਾ ਜਿੰਨੇ ਵੀ ਬੈਂਕ ਦੇ ਜੋ ਇਨਲੀਗਲੀ ਅਕਾਊਂਟ ਹੈ ਉਹਨਾਂ ਦੀ ਉਹ ਚੈਕਿੰਗ ਉਹ ਜ਼ਰੂਰ ਹੋਣੀ ਚਾਹੀਦੀ ਹੈ। ਨਹੀਂ, ਚੈਕਿੰਗ ਹੋਣੀ ਚਾਹੀਦੀ ਹੈ, ਜਾਂਚ ਹੋਣੀ ਚਾਹੀਦੀ ਹੈ। ਤੁਸੀਂ ਸਾਰੇ ਇਹ ਗੱਲ ਕਰਦੇ ਹੋ ਟੀਵੀ ਸਕਰੀਨ ਤੇ ਬੈਠ ਕੇ, ਪਰ ਕਾਂਗਰਸ ਸਰਕਾਰ ਦੇ ਵੇਲੇ ਵੀ, ਅਕਾਲੀ ਭਾਜਪਾ ਸਰਕਾਰ ਦੇ ਵੇਲੇ ਵੀ ਕਈ ਵਾਰ ਡੇਰਾ ਪ੍ਰੇਮੀਆਂ ਦੇ ਤੇ ਹੋਰ ਭਾਈਚਾਰਿਆਂ ਦੇ ਬਾਕੀ ਸੈਕਟਸ ਦੇ ਕਲੈਸ਼ਸ ਹੁੰਦੇ ਰਹੇ ਹੈ। ਉਦੋਂ ਕੀ ਕਾਰਵਾਈ ਹੁੰਦੀ ਰਹੀ ਹੈ ਸਰ? ਡੇਰੇ ਦੇ ਨਾਮ ਤੇ, ਡੇਰੇ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਮ ਤੇ ਪਿੰਡਾਂ ਦੇ ਨਾਮ ਰੱਖੇ ਗਏ ਆ ਪੰਜਾਬ ਦੇ ਵਿੱਚ, ਤੁਹਾਨੂੰ ਯਾਦ ਹੋਊਗਾ। ਦੇਖੋ ਜੀ, ਕਾਂਗਰਸ ਸਰਕਾਰ ਜਦੋਂ ਦੀ ਵੀ ਆਈ ਹੈ, ਜਦੋਂ ਇਸ ਤਰ੍ਹਾਂ ਦੇ ਕੋਈ ਵੀ ਘਟਨਾ ਜਦੋਂ ਵਾਪਰਦੀ ਹੈ, ਕੋਈ ਇਦਾਂ ਦਾ ਕੋਈ ਗਲਤ ਕੰਮ ਡੇਰੇ ਦਾ ਮੁਖੀ ਕਰਦਾ, ਕਾਂਗਰਸ ਸਰਕਾਰ ਦੀ ਤਰਫੋਂ ਤੁਰੰਤ ਐਕਸ਼ਨ ਲਿਆ ਗਿਆ। ਔਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਜੋ ਹੁਣ ਜੋ ਡੇਰੇ ਸਿਰਸੇ ਵਿੱਚ ਹੋਇਆ ਹੈ, ਇਹ ਇਸ ਤਰ੍ਹਾਂ ਵਾਪਰਿਆ ਵੀ ਜਿਸ ਤਰ੍ਹਾਂ ਕਿਤੇ ਹਾਲੀਵੁੱਡ ਫਿਲਮਾਂ ਦੇ ਵਿੱਚ ਕੰਪਿਊਟਰਾਈਜ਼ਡ ਫਿਲਮ ਦੇ ਤਰ੍ਹਾਂ ਇਹ ਕੰਮ ਹੋਇਆ। ਅਸੀਂ ਇਹ ਯਕੀਨ ਨਹੀਂ ਕਰ ਸਕਦੇ ਵੀ ਸਾਡੇ ਪੰਜਾਬ ਹਰਿਆਣਾ ਦੇ ਨਾਲ ਸੂਬੇ ਲੱਗਦੇ ਵਿੱਚ ਡੇਰੇ ਦੇ ਅੰਦਰ ਇਸ ਤਰ੍ਹਾਂ ਦੇ ਕੰਮ ਹੁੰਦੇ ਆ। ਇਹ ਮੈਨੂੰ ਇੱਕ ਹੈਰਾਨੀ ਲੱਗਦੀ ਹੈ ਵੀ ਇਸ ਤਰ੍ਹਾਂ ਦੇ ਕੰਮ ਸਾਡੇ ਪੰਜਾਬ ਦੇ ਵਿੱਚ ਵੀ ਹੋ ਰਹੇ ਆ। ਨਹੀਂ, ਉਹ ਤਾਂ ਤੁਹਾਡੇ ਤਾਂ ਸਾਹਮਣੇ ਹੀ ਸੀ ਸਭ ਕੁਝ। ਜਦੋਂ ਪਿਛਲੀ 2002 ਵੇਲੇ ਵੀ ਤਾਂ ਕਲੈਸ਼ਸ ਕਈ ਵਾਰੀ ਹੋਏ ਆ, ਉਦੋਂ ਵੀ ਤਾਂ ਤੁਹਾਡੇ ਸਾਹਮਣੇ ਹੀ ਸੀ ਚੀਜ਼ਾਂ। ਉਦੋਂ ਕਿਉਂ ਨਹੀਂ ਜਾਂਚ ਹੋਈ? ਅਮਿਤ ਸਿੰਘ, ਜਦੋਂ ਕਾਂਗਰਸ ਦੀ ਸਰਕਾਰ ਸੀ, ਜਦੋਂ ਕਾਂਗਰਸ ਨੇ ਆਪਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਬਿਲਕੁਲ ਨਹੀਂ ਹੋਣ ਦਿੱਤੀ। ਉਹਨਾਂ ਨੇ ਪੂਰੇ ਜਿਸ ਤਰ੍ਹਾਂ ਵੀ ਇਹਨਾਂ ਨੂੰ ਲੱਗਿਆ ਵੀ ਕੋਈ ਡੇਰੇ ਦਾ ਮੁਖੀ ਅਗਰ ਕੋਈ ਗਲਤ ਕਰਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇਦਾਂ ਦਾ ਕਰਦਾ, ਕਾਂਗਰਸ ਸਰਕਾਰ ਦੀ ਟਾਈਮ ਬਿਲਕੁਲ ਪ੍ਰਸ਼ਾਸਨ ਦੀ ਵੱਲੋਂ ਐਕਸ਼ਨ ਲਿਆ ਗਿਆ। ਕੀ ਐਕਸ਼ਨ ਲਿਆ ਗਿਆ ਸਰ? ਉਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਦੇ ਵਿੱਚ ਨੇ, ਸਭ ਨੂੰ ਪਤਾ ਹੈ ਕਿਵੇਂ ਕਲੈਸ਼ਸ ਹੁੰਦੇ ਰਹੇ ਆ। ਉਹ ਕਲੈਸ਼ਸ ਕਿਸ ਦੇ ਕਹਿਣ ਤੇ ਹੁੰਦੇ ਰਹੇ ਆ ਕਿ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। खैर, जंगवीर सिंह की बाकी दे जिन्ने भी डेरे है अकाली दल, ठीक है, जंगवीर सिंह अकाली दल तो, जंगवीर सिंह की बाकी दे जिन्ने भी डेरे है पंजाब दे विच उन्हां सारियां दी जांच होनी चाहिए, किसी भी सैक्टर दे नाल जुड़े हुए हैगे, ताकि बाद दे विच कोई इस तरह की अणसुखावी स्थिति पैदा ही ना हो। मैं तो कहांगा पंजाब दे डेरियां दी गल छड़ के ਆਪਾਂ ਇਹ ਲਾਰਜਰ ਇਸ਼ੂ ਨੂੰ ਲਈਏ। ਆਪਾਂ ਕੰਸੈਂਸਸ ਸਾਰੇ ਪੋਲੀਟੀਕਲ ਪਾਰਟੀਆਂ 'ਚ ਹੋਣੀ ਚਾਹੀਦੀ ਹੈ ਔਰ ਡੈਫੀਨਿਟਲੀ ਸੈਂਟਰਲ ਲੈਵਲ ਤੇ ਪਾਰਲੀਮੈਂਟ ਦਾ ਐਕਟ ਹੋਣਾ ਚਾਹੀਦਾ ਹੈ ਕਿ ਡੇਰੇ ਜਿਹੜੇ ਹੈਗੇ ਨੇ ਇਹਨਾਂ ਦੀ ਰੈਗੂਲੇਸ਼ਨ ਕਿੱਦਾਂ ਹੋਏ ਔਰ ਰੈਗੂਲੇਸ਼ਨ ਤੋਂ ਇਲਾਵਾ ਉਹ ਕਿੱਦਾਂ ਇਹ ਇਨਸ਼ੋਰ ਕੀਤਾ ਜਾਏ ਕਿ ਇੱਕ ਤੇ ਉਹ ਆਪਣਾ ਜਿਹੜੇ ਲੋਕ ਨੇ ਉਹਨਾਂ ਨੂੰ ਐਕਸਪਲੋਇਟ ਨਾ ਕਰਨ, ਦੂਜਾ ਇਹ ਉਹਨਾਂ ਤੋਂ ਲਿਖੇ ਤੇ ਅੰਡਰਟੇਕਿੰਗ ਲਿੱਤੀ ਜਾਏ ਕਿ ਉਹ ਪੋਲੀਟੀਕਲੀ ਆਪਣਾ ਇਨਫਲੂਐਂਸ ਨੂੰ ਪੋਲੀਟੀਕਲੀ ਨਹੀਂ ਯੂਜ਼ ਕਰਨਗੇ। ਜੇ ਉਹ ਰਿਲੀਜੀਅਸ ਡੇਰਾ ਹੈ ਤਾਂ ਰਿਲੀਜੀਅਸ ਐਕਟੀਵਿਟੀ ਕਰੇਗਾ, ਜੇ ਸਪਿਰਿਚੁਅਲਿਟੀ ਦੇ ਕੰਮ 'ਚ ਕਰ ਰਿਹਾ ਸਪਿਰਿਚੁਅਲ ਐਕਟੀਵਿਟੀ ਕਰੇ, ਐਜੂਕੇਸ਼ਨ ਦੇ ਕੰਮ 'ਚ ਕਰ ਰਿਹਾ ਕੋਈ ਹੋਰ ਕੰਮ ਕਰ ਰਿਹਾ ਉਹ ਆਪਦਾ ਕੰਮ ਕਰੇ, ਬਟ ਉਹ ਪੋਲੀਟੀਕਲ ਇਸ ਆਪਣਾ ਆੜ 'ਚ ਪੋਲੀਟੀਕਲ ਐਕਟੀਵਿਟੀ ਨਾ ਕਰੇ। ਔਰ ਇਸ ਤੋਂ ਇਲਾਵਾ ਫੰਡਸ ਰੈਗੂਲੇਸ਼ਨ ਕਿ ਸਾਰਾ ਕੁਝ ਬਲੈਕ ਐਂਡ ਵਾਈਟ, ਜਿੱਦਾਂ ਆਪਾਂ ਕਈ ਵਾਰ ਦੇਖਦੇ ਹਾਂ ਵੱਡੀ ਜਿਹੜੀ ਮੈਨੂਫੈਕਚਰਿੰਗ ਯੂਨਿਟਸ ਐਕਸੈਟਰਾ ਹੈਗੇ ਆ, ਉੱਥੇ ਸੈਂਟਰ ਆਪਣੇ ਮੁਲਾਜ਼ਮ ਉੱਥੇ ਪੋਸਟ ਕਰਦੀ ਹੈ
ਕਿ ਇਹਨਾਂ ਦੇ ਫੰਡਸ ਕਿੱਦਾਂ ਆਉਂਦੇ ਨੇ, ਇਹਨਾਂ ਦੀ ਰੋਜ਼ ਦੀ ਫੰਡ ਕਲੈਕਸ਼ਨ ਕੀ ਹੈ, ਉਹਦੇ ਟੈਬੂਲੇਸ਼ਨ ਹੋਏ। ਸੋ ਇਹ ਇਫ ਨੀਡ ਵੀ ਬਾਹਰੋਂ ਆਪਣਾ ਐਕਟ ਬਣੇ ਜਿਹੜਾ ਕਿ ਫੰਡ ਕੀ ਕਲੈਕਟ ਹੋ ਰਿਹਾ ਹੈ ਉਹ ਟਰਾਂਸਪੇਰੈਂਟ ਹੋਏ, ਔਰ ਉਹਦੇ ਬਾਅਦ ਲੋਕਾਂ 'ਚ ਸਾਰਾ ਕੁਝ ਪਬਲਿਕ ਡੋਮੇਨ 'ਚ ਆ ਜਾਊਗਾ ਕਿ ਇਸ ਡੇਰੇ ਨੇ ਇੰਨੇ ਫੰਡਸ ਕਲੈਕਟ ਕੀਤੇ, ਇਹ ਡੇਰਾ ਇਹ ਐਕਟੀਵਿਟੀ ਕਰ ਰਿਹਾ ਹੈ। ਔਰ ਜੇ ਉਹ ਫੰਡਸ ਨਹੀਂ ਸਪੈਂਡ ਕਰ ਰਿਹਾ ਸੋਸ਼ਲ ਵਰਕ 'ਚ, ਜਿਹੜਾ ਉਹ ਕਹਿੰਦਾ ਮੈਂ ਕਰਾਂਗਾ ਜਾਂ ਸਾਡਾ ਇਹ ਲਕਸ਼ ਹੈ, ਤੇ ਉਹ ਆਪੇ ਐਕਸਪੋਜ਼ ਹੋ ਜਾਣਗੇ। ਤਾਂ ਇਹ ਇੱਕ ਤਰੀਕਾ ਹੈ ਜਿਹਦੇ ਨਾਲ ਆਪਾਂ ਡੇਰਿਆਂ ਨੂੰ ਰੈਗੂਲੇਟ ਵੀ ਕਰ ਸਕਦੇ ਹਾਂ, ਔਰ ਸ਼ਾਇਦ ਇਹ ਤਰੀਕਾ ਅਪਣਾ ਕੇ ਜਿਹੜੇ ਡੇਰੇ ਨੇ ਉਹ ਜਿਹੜਾ ਸੋਸ਼ਲ ਕਾਜ਼ ਹੈ, ਕਿਉਂਕਿ ਕਈ ਲੋਕਾਂ ਦੀ ਆਸਥਾ ਹੈ ਇਹਨਾਂ ਡੇਰਿਆਂ 'ਚ, ਤੇ ਉਹ ਸੋਸ਼ਲ ਕਾਜ਼ ਹੈ ਉਹ ਬੜਾ ਅੱਛੀ ਬਖੂਬੀ ਨਾਲ ਉਹ ਆਪਣਾ ਕਰ ਵੀ ਸਕਦੇ ਨੇ, ਤੇ ਸੋਸ਼ਲ ਜਿਹੜੀ ਸੋਸਾਇਟੀ ਹੈ ਉਹਨੂੰ ਐਟ ਲਾਰਜ ਬੜਾ ਫਾਇਦਾ ਹੋਏਗਾ। ਸੋਸ਼ਲ ਕਾਜ਼ ਤੱਕ ਠੀਕ ਹੈ, ਆਸਥਾ ਤੱਕ ਠੀਕ ਹੈ ਜੰਗਵੀਰ ਸਿੰਘ, ਪਰ ਜਦੋਂ ਕੋਈ ਵੀ ਸੰਸਥਾ ਦਾ ਮੁਖੀ ਆਪਣੇ ਆਪ ਨੂੰ ਰੱਬ ਤੋਂ ਵੀ ਵੱਡਾ ਦੱਸਣ ਦੀ ਕੋਸ਼ਿਸ਼ ਕਰਦਾ ਹੈ ਔਰ ਇਸ ਤਰੀਕੇ ਦੇ ਨਾਲ ਇੱਕ ਕਾਫਲਾ ਲੈ ਕੇ ਨਿਕਲਦਾ 250 ਗੱਡੀਆਂ ਦਾ, ਇਸ ਤੋਂ ਜਦੋਂ ਇਹ ਲੱਗਦਾ ਵੀ ਪ੍ਰਧਾਨ ਮੰਤਰੀ ਤੋਂ ਵੀ ਵੱਡਾ ਕੋਈ ਨੇਤਾ ਜਾ ਰਿਹਾ ਦੇਸ਼ ਦੇ ਵਿੱਚ, ਜਦੋਂ ਪੂਰੇ ਦਾ ਪੂਰਾ ਰਾਸਤਾ ਖਾਲੀ ਕਰਾ ਲਿਆ ਜਾਂਦਾ, ਤਾਂ ਫਿਰ ਅਜਿਹੇ ਲੋਕਾਂ ਤੇ ਕੋਈ ਨਾ ਕੋਈ ਨਜ਼ਰ ਹੋਣੀ ਚਾਹੀਦੀ ਹੈ। ਔਰ ਸਭ ਤੋਂ ਵੱਡੀ ਗੱਲ, ਜਿਸ ਤਰੀਕੇ ਦੇ ਨਾਲ ਹਿੰਸਾ ਹੁੰਦੀ ਹੈ, ਹੁਣ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਨਾਮ ਚਰਚਾ ਘਰ ਜਾਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਕੇਂਦਰ ਹੈਗੇ ਆ ਡੇਰਾ ਸੱਚਾ ਸੌਦਾ, ਉਹਨਾਂ ਦੇ ਫੰਡਸ ਕਿਵੇਂ ਆਉਂਦੇ ਆ, ਉਹ ਕਿਵੇਂ ਰੈਗੂਲੇਟ ਕਰਦੇ ਸੀ? ਤੁਸੀਂ 10 ਸਾਲਾਂ ਦੇ ਵਿੱਚ ਕੋਈ ਚੈੱਕ ਬੈਲੈਂਸ ਰੱਖਿਆ ਉਹਦੇ ਤੇ? ਮੈਂ ਤੁਹਾਨੂੰ ਪਹਿਲੇ ਹੀ ਕਿਹਾ ਇਹ ਜਿਹੜਾ ਇਸ਼ੂ ਹੈ ਇਹ ਆਪਣਾ ਵੱਡੇ ਲੈਵਲ ਤੇ ਜਿਹੜੇ ਫੰਡਸ ਕਲੈਕਸ਼ਨ ਹੈ ਸਿਸਟਮ ਹੈ ਇਹ ਕੋਈ ਰੈਗੂਲੇਟ ਕਰਨਾ ਪਏਗਾ, ਔਰ ਇਹਦੇ ਵਾਸਤੇ ਕੋਈ ਨਾ ਕੋਈ ਐਕਟ ਬਣਾਉਣਾ ਪਏਗਾ। ਜੇ ਹੁਣ ਵੀ ਹੋ ਜਾਏ, ਕਿਉਂਕਿ ਇਹ ਜਿਹੜਾ ਐਕਸਪੀਰੀਅੰਸ ਹੋਇਆ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਡੇਰੇ 'ਚ ਇਹੋ ਜਿਹੇ ਕੰਮ ਹੁੰਦੇ ਨੇ, ਇਹ ਜਿਹੜੇ ਹੁਣ ਡਿਸਕਲੋਜ਼ਰ ਹੋਏ ਨੇ ਤੇ ਅਜੇ ਵੀ ਕੋਈ ਦੇਰੀ ਨਹੀਂ ਹੋਈ, ਇਹ ਸਟੇਟ ਗਵਰਨਮੈਂਟ ਵੀ ਕਰ ਸਕਦੀ ਹੈ ਔਰ ਇਹ ਪਾਰਲੀਮੈਂਟ ਦੇ ਲੈਵਲ ਵੀ ਹੋ ਸਕਦਾ ਹੈ, ਕਿਉਂਕਿ ਆਪਾਂ ਵੀ ਮੰਨਦੇ ਹਾਂ ਕਈ ਡੇਰੇ ਨੇ ਬੜਾ ਅੱਛਾ ਕੰਮ ਕਰ ਰਹੇ ਨੇ, ਬਟ ਰੈਗੂਲੇਸ਼ਨ ਹਰੇਕ ਦੀ ਹੋਣੀ ਚਾਹੀਦੀ ਹੈ। ਔਰ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੰਨਾ ਵੱਡਾ ਕਾਫਲਾ ਲੈ ਕੇ ਆਇਆ, ਇੰਨਾ ਵੱਡਾ ਕਾਫਲਾ ਡੇਰੇ ਤੋਂ ਨਿਕਲਿਆ ਔਰ ਪੰਚਕੂਲਾ ਆਇਆ, ਮੈਂ ਇਹ ਕਹਾਂ ਕਿਤੇ ਨਾ ਕਿਤੇ ਹਰਿਆਣਾ ਗਵਰਨਮੈਂਟ ਦੇ ਕੁਝ ਅਧਿਕਾਰੀ ਨੇ ਉਹਨਾਂ ਦੀ ਗਲਤੀ ਹੋਈ ਹੈ। ਇੰਨਾ ਵੱਡਾ ਕਾਫਲਾ ਲੈ ਕੇ ਉਹ ਅਧਿਕਾਰੀਆਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਸੀ ਕਿ ਇੰਨਾ ਵੱਡਾ ਕਾਫਲਾ ਲੈ ਕੇ ਉਹ ਪੰਚਕੂਲੇ ਕਿਉਂ ਆ ਰਹੇ ਨੇ, ਔਰ ਜੇ ਇੰਨਾ ਵੱਡਾ ਕਾਫਲਾ ਆ ਵੀ ਰਿਹਾ ਸੀ ਤੇ ਅਧਿਕਾਰੀਆਂ ਨੂੰ ਨਾਲ ਕੋਈ ਨਾ ਕੋਈ ਫਿਲਮਿੰਗ ਐਸੈਟਰਾ ਕਰਨੀ ਚਾਹੀਦੀ ਸੀ, ਇਹ ਐਸਰਟੇਨ ਕਰਨ ਵਾਸਤੇ ਕਿ ਉਹ ਕਾਫਲੇ ਨੂੰ ਕਿਤੇ ਮਿਸਯੂਜ਼ ਤੇ ਨਹੀਂ ਕੀਤਾ ਜਾ ਰਿਹਾ, ਕਿਉਂਕਿ ਇਹ ਹੁਣ ਡਿਸਕਲੋਜ਼ਰ ਸਾਡੇ ਕੋਲ ਹੁਣ ਆ ਰਹੇ ਨੇ ਸਾਹਮਣੇ ਸਾਡੇ ਕਿ ਡੇਰੇ 'ਚੋਂ ਕੁਝ ਮਿਲਿਆ ਹੀ ਨਹੀਂ, ਕੋਈ ਨਾ ਕੋਈ ਕੈਸ਼ ਮਿਲਿਆ, ਨਾ ਗੋਲਡ ਜੁਐਲਰੀ, ਇੱਥੋਂ ਤੱਕ ਕਿ ਹਿਸਾਬ ਕਿਤਾਬ ਵੀ ਨਹੀਂ ਮਿਲਿਆ, ਅਕਾਊਂਟ ਡਿਟੇਲਸ ਨਹੀਂ ਮਿਲੀਆਂ। ਸੋ ਇਹ ਬਹੁਤ ਜ਼ਰੂਰੀ ਹੈ ਕਿ ਇਹ ਅਧਿਕਾਰੀਆਂ ਜਿਹੜਿਆਂ ਦੀ ਡਿਊਟੀ ਸੀ, ਜਿਹੜੀ ਏਜੰਸੀਜ਼ ਦੀ ਉੱਥੇ ਡਿਊਟੀ ਸੀ, ਉਹ ਏਜੰਸੀਜ਼ ਨੇ ਆਪਣਾ ਰੋਲ ਕਿਉਂ ਨਹੀਂ ਆਪਣਾ ਨਿਭਾਇਆ, ਔਰ ਇਹ ਆਪਣਾ ਜਿਹੜਾ ਕਾਫਲਾ ਸੀ ਇਹਦੇ ਆੜ 'ਚ ਆਪਣਾ ਤੁਹਾਨੂੰ ਲੱਗਦਾ ਹਰਿਆਣਾ ਸਰਕਾਰ ਨਹੀਂ ਲੈ ਕੇ ਜਾਇਆ ਗਿਆ, ਜਿਹੜਾ ਡਿਸਟ੍ਰੀਬਿਊਟ ਕਰ ਦਿੱਤਾ ਗਿਆ ਅੱਗੇ? ਠੀਕ ਹੈ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਹਰਿਆਣਾ ਸਰਕਾਰ ਤੋਂ ਕਿਤੇ ਨਾ ਕਿਤੇ ਚੂਕ ਹੋਈ ਹੈ, ਅਧਿਕਾਰੀ ਜਿਹੜੇ ਅਧਿਕਾਰੀ ਉੱਥੇ ਪੋਸਟਡ ਅਧਿਕਾਰੀਆਂ ਤੋਂ ਜ਼ਰੂਰ ਚੂਕ ਹੋਈ ਹੈ, ਉਸ ਜਿਹੜੇ ਅਧਿਕਾਰੀ ਉੱਥੇ ਪੋਸਟਡ ਸੀਗੇ ਉਹਨਾਂ ਨੇ ਕਿਤੇ ਨਾ ਕਿਤੇ ਆਪਣਾ ਜਿਹੜਾ ਰੋਲ ਸੀ ਉਹ ਬਖੂਬੀ ਨਿਭਾਇਆ ਨਹੀਂ। ਠੀਕ ਹੈ, ਹਰਜੀਤ ਸਿੰਘ ਗਰੇਵਾਲ ਸਾਹਿਬ, ਜਿਵੇਂ ਜੰਗਵੀਰ ਸਿੰਘ ਕਹਿ ਰਿਹਾ ਹਰਿਆਣਾ ਸਰਕਾਰ ਤੋਂ ਕਿਤੇ ਨਾ ਕਿਤੇ ਤਾਂ ਗਲਤੀ ਹੋਈ ਹੈ, ਕਿਉਂਕਿ ਜੇ ਹੁਣ ਆਪਣੇ ਕੋਲ ਇਹ ਰਿਪੋਰਟ ਆਉਂਦੀ ਹੈ ਕਿ ਡੇਰੇ ਦੇ ਅੰਦਰੋਂ ਕੁਝ ਵੀ ਅਜਿਹਾ ਗੈਰ ਕਾਨੂੰਨੀ ਨਹੀਂ ਮਿਲਦਾ, ਬੇਸ਼ੱਕ ਉੱਥੇ ਕੁਝ ਗੈਰ ਕਾਨੂੰਨੀ ਨਾ ਹੋਵੇ, ਪਰ 25 ਤਰੀਕ ਤੋਂ ਲੈ ਕੇ 8 ਸੈਪਟੈਂਬਰ ਤੱਕ ਇਨਫ ਟਾਈਮ ਸੀਗਾ ਡੇਰੇ ਦੇ ਕੋਲ ਆਪਣੀਆਂ ਚੀਜ਼ਾਂ ਨੂੰ ਸਾਈਡ ਤੇ ਲਾਉਣ ਦਾ। ਕੀ ਉਹ ਵਕਤ ਦਿੱਤਾ ਗਿਆ? ਇਸ ਤਰ੍ਹਾਂ ਹੈ ਕਿ ਮੈਂ ਪਹਿਲਾਂ ਤੇ ਹਰਜੀਤ ਸਿੰਘ ਭੁੱਲਰ ਹੈ ਇਹ ਨੋਟ ਕਰ ਜੀ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਸਰਕਾਰ ਦੀ ਵਜ੍ਹਾ ਕਰਕੇ ਕੁਝ ਹੋਇਆ। ਉਸ ਦਿਨ ਜਿਹੜਾ ਕਾਫਲਾ ਨਿਕਲਿਆ ਸਾਰੇ ਕੈਮਰੇ ਹਰ ਚੈਨਲ ਦੇ 10-10 20-20 ਕੈਮਰੇ ਅੱਗੇ ਪਿੱਛੇ ਭੱਜੇ ਆਉਂਦੇ ਸੀਗੇ, ਜਿੰਨੀਆਂ ਗੱਡੀਆਂ ਬਾਬੇ ਦੀਆਂ ਸੀ ਉਹਨੀਆਂ ਗੱਡੀਆਂ ਮੀਡੀਆ ਦੇ ਨਾਲ ਚੱਲ ਰਹੀਆਂ ਸੀ, ਔਰ ਕੋਈ ਚੀਜ਼ ਚੋਰੀ ਨਹੀਂ ਕੀਤੀ ਜਾ ਸਕਦੀ ਸੀ। ਜਦੋਂ ਦੀ ਕੋਈ ਗੱਡੀ ਨਿਕਲ ਜਾਏ, ਕੋਈ ਸਮਾਨ ਨਿਕਲ ਜਾਏ, ਮੀਡੀਆ ਦੀ ਨਜ਼ਰਾਂ ਚੋਂ ਬਚ ਕੇ ਕੁਝ ਨਹੀਂ ਜਾ ਸਕਦਾ ਸੀ, ਕਿਉਂਕਿ ਮੀਡੀਆ ਦੀ ਨਜ਼ਰ ਜਿਹੜੀ ਸੀ ਤਿੱਖੀ ਨਜ਼ਰ ਸੀ, ਉਹ ਬਿਲਕੁਲ ਬਾਬੇ ਦੀ ਇੱਕ ਐਕਟੀਵਿਟੀ ਤੇ ਸੀ, ਇੱਕ ਗੱਡੀ ਦੇ ਉੱਤੇ ਸੀ। ਡੇਰੇ ਤੋਂ ਚੱਲਣ ਤੋਂ ਲੈ ਕੇ ਔਰ ਕਚਹਿਰੀ 'ਚ ਕੀ ਹੋਇਆ ਔਰ ਉਸ ਤੋਂ ਬਾਅਦ ਕੀ ਹੋਇਆ ਸਾਰੀ ਨਜ਼ਰ ਸੀ। ਅਗਰ ਕੈਮਰਾ ਦੀ ਜਿਹੜੀ ਨਜ਼ਰ ਸੀ
ਹੈਲੀਕਾਪਟਰ ਤੋਂ ਲੈ ਕੇ ਔਰ ਰੋਹਤਕ ਪਹੁੰਚਣ ਤੇ ਔਰ ਉੱਥੋਂ ਦੀ ਹਨੀਪ੍ਰੀਤ ਦੇ ਨਿਕਲਣ ਤੱਕ ਜੇ ਚੱਲ ਰਹੀ ਸੀ ਤੇ ਇਹਦਾ ਮਤਲਬ ਕਾਫੀ ਜ਼ਿਆਦਾ ਐਕਟਿਵ ਸੀ ਮੀਡੀਆ ਉਸ ਟਾਈਮ। ਦੂਸਰੀ ਗੱਲ, ਜਿਹੜਾ ਉੱਥੇ ਟਾਈਮ ਦਿੱਤਾ ਗਿਆ ਤੁਸੀਂ ਕਹਿੰਦੇ ਹੋ, ਅਸੀਂ ਕਿਸੇ ਇੰਡੀਵਿਜੂਅਲ ਦੇ ਘਰ ਤੇ ਵੀ ਜਾ ਕੇ ਰੇਡ ਕਰਨੀ ਹੋਏ ਨਾ, ਉਹਦੇ ਲਈ ਵਾਰੰਟ ਚਾਹੀਦੇ ਹੁੰਦੇ ਨੇ, ਸਰਚ ਵਾਰੰਟ ਚਾਹੀਦੇ ਹੁੰਦੇ ਆ। ਔਰ ਇਹਦੇ ਇੰਨੇ ਵੱਡੇ ਡੇਰੇ ਦੀ ਗੱਲ ਸੀ ਔਰ ਉਹਦੇ ਵਿੱਚ ਹਜ਼ਾਰਾਂ ਲੋਕ ਅੰਦਰ ਜਿਹੜੇ ਬੈਠੇ ਹੋਏ ਸੀਗੇ, ਉਹਨਾਂ ਦੀ ਆਸਥਾ ਦੀ ਗੱਲ ਸੀ। ਅਗਰ ਉੱਥੇ ਜ਼ਬਰਦਸਤੀ ਵੜਿਆ ਜਾਂਦਾ ਤੇ ਜਿਹੜੇ ਅੱਜ 38 ਬੰਦਿਆਂ ਦੀਆਂ 40 ਬੰਦਿਆਂ ਦੀ ਅਸੀਂ ਗੱਲ ਕਰਦੇ ਆ ਚੈਨਲਸ ਦੇ ਉੱਤੇ ਕਿ ਇੰਨੇ ਲੋਕ ਮਾਰੇ ਗਏ ਉਸ ਟਾਈਮ ਦੇ ਵਿੱਚ, ਸ਼ਾਇਦ ਇਹ ਗਿਣਤੀ ਬਹੁਤ ਵੱਡੀ ਹੁੰਦੀ। ਸਰਕਾਰ ਜਿਹੜੀ ਹੈ ਉਹਨੇ ਆਪਣੇ ਆਪ ਨੂੰ ਬਹੁਤ ਸੰਜੀਦਗੀ ਤਰੀਕੇ ਦੇ ਨਾਲ, ਬਹੁਤ ਹੀ ਠਰਮੇ ਦੇ ਨਾਲ ਕੰਮ ਕੀਤਾ। ਔਰ ਅਗਰ ਉੱਥੋਂ ਦੀ ਕੁਝ ਨਹੀਂ ਨਿਕਲਿਆ ਹੈਗਾ ਤੇ ਕਿਤੇ ਨਾ ਕਿਤੇ ਉਹਨਾਂ ਨੇ ਐਡਜਸਟਮੈਂਟ ਕੀਤੀ ਹੋਏਗੀ। ਔਰ ਕਿਉਂਕਿ ਡੇਰੇ ਨੂੰ ਪਹਿਲਾਂ ਹੀ ਪਤਾ ਸੀ 25 ਤਰੀਕ ਨੂੰ ਫੈਸਲਾ ਆਉਣ ਵਾਲਾ ਹੈ, ਉਹਨਾਂ ਕੋਲ ਉਸ ਤੋਂ ਪਹਿਲਾਂ ਬਥੇਰਾ ਟਾਈਮ ਸੀਗਾ ਸਭ ਕੁਝ ਸੈਟਲ ਕਰਨ ਵਾਸਤੇ। ਤੁਹਾਨੂੰ ਕੀ ਲੱਗਦਾ ਕਿ ਉਹ 25 ਤਰੀਕ ਉਡੀਕਦੇ ਹੋਣਗੇ ਵੀ ਹਾਂ ਉਸ ਤੋਂ ਬਾਅਦ ਸੈਟਲ ਕਰਾਂਗੇ ਅਸੀਂ? ਉਹਨਾਂ ਨੇ ਉਸ ਤੋਂ ਪਹਿਲਾਂ ਸੈਟਲ ਕਰ ਲਿਆ ਹੋਏਗਾ। ਲੇਕਿਨ 25 ਤਰੀਕ ਨੂੰ ਕੀ ਫੈਸਲਾ ਆਉਣਾ ਸੀਗਾ ਨਾ ਤੇ ਤੁਹਾਨੂੰ ਪਤਾ ਸੀਗਾ, ਨਾ ਸਰਕਾਰ ਨੂੰ ਪਤਾ ਸੀਗਾ, ਔਰ ਹੋ ਸਕਦਾ ਡੇਰਾ ਮੁਖੀ ਵੀ ਨਾ ਪਤਾ ਹੋਵੇ ਕੀ ਫੈਸਲਾ ਆਉਣ ਵਾਲਾ। ਠੀਕ ਹੈ। ਤੇ ਇਸ ਕਰਕੇ ਸਰਕਾਰ ਨੂੰ, ਚਾਹੇ ਉਹ ਹਰਿਆਣਾ ਸਰਕਾਰ ਹੈ, ਚਾਹੇ ਜਿਹੜੇ ਉੱਥੇ ਦੇ ਅਧਿਕਾਰੀ ਨੇ, ਉਹਨਾਂ ਨੂੰ ਆਪਾਂ ਜ਼ਿੰਮੇਵਾਰ ਠਹਿਰਾਈਏ। ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਗਲਤ ਹੈ। ਠੀਕ, ਜ਼ਿੰਮੇਵਾਰੀ, ਕਿਉਂਕਿ ਜਦੋਂ ਕੋਈ ਐਕਟੀਵਿਟੀ ਹੋ ਜਾਂਦੀ ਹੈ ਉਸ ਤੋਂ ਬਾਅਦ ਅਗਰ ਕੁਝ ਹੋਇਆ ਤੇ ਦੱਸੋ ਤੁਸੀਂ। ਠੀਕ ਹੈ ਭੁੱਲਰ ਸਾਹਿਬ, ਚਲੋ ਤੁਹਾਡਾ ਪੁਆਇੰਟ ਲੈ ਲਿਆ। ਤਰਲੋਚਨ ਸਿੰਘ ਲਾਲੀ, ਕੀ ਈਡੀ, ਇਨਕਮ ਟੈਕਸ ਔਰ ਬਾਕੀ ਏਜੰਸੀਆਂ ਜਿਹੜੀਆਂ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ, ਨਾ ਸਿਰਫ ਸੱਚਾ ਸੌਦਾ ਡੇਰੇ ਦੀ, ਬਾਕੀ ਦੇ ਜਿੰਨੇ ਵੀ ਡੇਰੇ ਹੈ ਸਾਰੀਆਂ ਐਕਟੀਵਿਟੀਜ਼ ਦੇ ਕਿੱਥੋਂ ਫੰਡਸ ਆਉਂਦੇ ਹੈ, ਕਿਵੇਂ ਰੈਗੂਲੇਟ ਕੀਤੇ ਜਾਂਦੇ ਹੈ? ਕਿਉਂਕਿ ਬਾਅਦ ਦੇ ਵਿੱਚ ਕਿਸੇ ਨੂੰ ਕੁਝ ਸਮਝ ਨਹੀਂ ਆਉਂਦਾ। ਕਿਉਂ ਨਾ ਪਹਿਲਾਂ ਹੀ ਸਭ ਦੀ ਜਾਂਚ ਕੀਤੀ ਜਾਵੇ? ਗੁਰਪ੍ਰੀਤ ਜੀ, ਮੇਰੇ ਹਿਸਾਬ ਨਾਲ ਮੈਂ ਫੇਰ ਕਹਿਣਾ ਵੀ ਇੱਕ ਕਮੇਟੀ ਬਣਾ ਦੇਣੀ ਚਾਹੀਦੀ ਹੈ ਜਿਹੜੀ ਇਸ ਗੱਲ ਨੂੰ ਰੈਗੂਲੇਟ ਕਰੇ ਜਾਂ ਇਸ ਗੱਲ ਨੂੰ ਵਾਚ ਕਰੇ ਵੀ ਕੀ ਹੋ ਰਿਹਾ ਡੇਰੇ ਦੇ ਵਿੱਚ, ਚਾਹੇ ਕੋਈ ਡੇਰਾ ਹੋਵੇ, ਚਾਹੇ ਉਹ ਸਿੱਖ ਡੇਰਾ ਹੋਵੇ, ਚਾਹੇ ਕਿਸੇ ਹੋਰ ਸੈਕਟ ਦਾ ਡੇਰਾ ਹੋਵੇ। ਹੈਰਾਨੀ ਦੀ ਗੱਲ ਇਹ ਆ ਵੀ ਪੋਲੀਟੀਕਲ ਬੰਦਿਆਂ ਤੇ ਬਿਊਰੋਕ੍ਰੇਸੀ ਤੇ ਬਾਬਿਆਂ ਨੇ ਮਿਲ ਕੇ ਲੋਕਤੰਤਰ ਦਾ ਜੋ ਜਨਾਜ਼ਾ ਭਾਰਤ ਦੇ ਵਿੱਚ ਕੱਢਿਆ, ਉਹਦਾ ਸਾਰਾ ਰਿਜ਼ਲਟ ਜਿਹੜਾ ਆਪਾਂ 25 ਤਰੀਕ ਨੂੰ ਦੇਸ਼ ਨੇ ਟੀਵੀ ਦੇ ਉੱਤੇ ਵੇਖਿਆ। ਤੁਸੀਂ ਵੇਖੋ, ਬਾਬਾ ਇੱਕ ਆਲੂ ਨੂੰ ਹੱਥ ਲਾ ਆਂਦਾ ਸੀ, 200 ਰੁਪਏ ਦਾ ਉਹ ਆਲੂ ਵਿਕਦਾ ਸੀ, ਤੇ ਜਿਹੜਾ ਗਰੀਬ ਆ ਉਹਦਾ 50 ਪੈਸੇ ਕਿਲੋ ਵਿਕਦਾ, ਤੇ ਬਾਬਾ ਇੱਕ ਪੱਠੇ ਦੀ ਇੱਟ ਨੂੰ ਹੱਥ ਲੱਗਦਾ ਸੀ, ਉਹ 1000 ਰੁਪਏ ਦੀ ਵਿਕਦੀ ਸੀ। ਉਹ ਖਰੀਦਣ ਵਾਲੇ ਕੌਣ ਸੀ? ਇਹ ਸਾਰਾ ਜਾਂਚ ਦਾ ਵਿਸ਼ਾ। ਤੇ ਮੈਂ ਇਹ ਵੇਖੋ ਵੀ ਬਾਬੇ ਦੇ ਅੰਦਰ ਜਾਣ ਤੋਂ ਬਾਅਦ, ਮੈਂ ਪਹਿਲਾਂ ਵੀ ਕਹਿੰਦਾ ਰਿਹਾ, ਉਹਨਾਂ ਦੀ ਚੇਅਰਮੈਨ ਸੀ ਜਿਹੜੀ ਵਿਪਾਸ਼ਨਾ ਇੰਸਾ, ਬੜੀ ਹੁੱਬ ਕੇ ਕਹਿ ਰਹੀ ਸੀ ਅਸੀਂ ਬਾਬੇ ਦੀ ਮੈਨੇਜਮੈਂਟ ਕਰ ਰਹੇ ਹਾਂ। ਉਹ ਮੈਨੂੰ ਮੈਂ ਇਹ ਗੱਲ ਬਾਰ-ਬਾਰ ਟੀਵੀ ਦੇ ਰਾਹੀਂ ਪੁੱਛਣਾ ਚਾਹੁੰਦਾ ਵੀ ਵਿਪਾਸ਼ਨਾ ਇੰਸਾ ਲੋਕਾਂ ਦੀਆਂ ਲੜਕੀਆਂ ਤੇ ਰੇਪ ਕਰਾਉਣ ਦੀ ਚੇਅਰਮੈਨ ਸੀ ਉੱਥੇ? ਇਹ ਜਿੰਨੇ ਬਾਬੇ ਦੇ ਸਾਥੀ ਸੀ ਸਾਰੇ ਫੜ ਕੇ ਅੰਦਰ ਦੇਣੇ ਚਾਹੀਦੀਆਂ, ਜਿਵੇਂ ਹੋਰ ਕੇਸਾਂ ਦੇ ਵਿੱਚ ਪੁਲਿਸ ਐਕਟ ਕਰਦੀ ਹੈ। ਜੇ ਕੋਈ ਗਰੀਬ ਗਲਤੀ ਕਰ ਦੇਵੇ, ਪੁਲਿਸ ਵਾਲੇ ਆਉਂਦੇ ਨੂੰ ਢਾਲ ਲੈਂਦੇ ਨੇ ਤੇ ਡੰਡਿਆਂ ਨਾਲ ਕੁੱਟਦੇ ਨੇ, ਤੇ ਜੇ ਉਹ ਨਾ ਲੱਭੇ ਤੇ ਉਹਦਾ ਸਾਰਾ ਟੱਬਰ ਬਿਠਾ ਲੈਂਦੇ ਨੇ। ਤੇ ਮੈਂ ਸਮਝਦਾ ਗਰੀਬ ਲਈ ਕਾਨੂੰਨ ਹੋਰ ਆ ਤੇ ਅਮੀਰ ਲਈ ਇਸ ਦੇਸ਼ ਦੇ ਵਿੱਚ ਕਾਨੂੰਨ ਹੋਰ ਆ। ਔਰ ਬਿਲਕੁਲ ਇਹਨਾਂ ਡੇਰਿਆਂ ਦੀ ਜਾਂਚ ਹੋਣੀ ਚਾਹੀਦੀ ਆ। ਔਰ ਡੇਰਿਆਂ ਦੇ ਨਾਲ ਜਿਹੜੇ ਸਹਿਯੋਗੀ ਬੰਦੇ ਨੇ, ਜਿਹੜੇ ਡੇਰੇ ਦੇ ਵਿੱਚ ਐਕਟ ਕਰਦੇ ਰਹੇ ਨੇ, ਉਹਨਾਂ ਦੇ ਖਿਲਾਫ ਵੀ FIR ਕਰਕੇ ਅੰਦਰ ਕਰਨੇ ਚਾਹੀਦੇ ਆ, ਬਰਾਬਰ ਕੇਸ ਉਹਨਾਂ ਦੇ ਉੱਪਰ ਚੱਲਣੇ ਚਾਹੀਦੇ ਨੇ। ਠੀਕ ਹੈ। ਚਲੋ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ। ਜਗਤਾਰ ਸਿੰਘ ਜਿਹੜਾ ਮੈਂ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਤੁਹਾਡੇ ਕੋਲ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਹਿਲਾਂ ਸਵਾਲ ਜੋ ਦਰਸ਼ਕਾਂ ਤੋਂ ਪੁੱਛ ਰਹੇ ਸੀ ਲਗਾਤਾਰ ਕਿ ਬਾਕੀ ਡੇਰਿਆਂ ਦੀ ਆਮਦਨੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸਵਾਲ ਇੱਕ ਵਾਰ ਫਿਰ ਦੁਹਰਾ ਦਈਏ ਕਿ ਬਾਕੀ ਡੇਰਿਆਂ ਦੀ ਆਮਦਨੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਹਾਂ ਜਾਂ ਨਾ ਦੇ ਵਿੱਚ ਤੁਸੀਂ ਆਪਣੇ ਜਵਾਬ ਭੇਜ ਸਕਦੇ ਹੋ। ਹਾਂ ਦੇ ਲਈ ZPH_Y, ਨਾ ਦੇ ਲਈ ZPH_N 5775 ਤੇ SMS ਕਰ ਸਕਦੇ ਹੋ। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ, ਆਪਣੀ ਰਾਏ ਵਿਚਾਰ ਰੱਖ ਸਕਦੇ ਹੋ, ਸਾਂਝੇ ਕਰ ਸਕਦੇ ਹੋ। ਨੰਬਰ ਰਹੇਗਾ 6100 180 3535।